ਹੈਲੋ ਸਟੂਡੈਂਟਸ। ਅੱਜ ਫਿਰ ਜਿਹੜੀ ਆ ਇੱਕ ਨਵੀਂ ਸਟੋਰੀ ਦੇ ਨਾਲ ਵੀਡੀਓ ਬਣਾ ਰਹੀ ਆ। ਸਟੋਰੀ ਹੈ ਰੱਬ ਤੇ ਰੁੱਤਾਂ, ਜਿਹਦੇ ਵਿੱਚ ਅੱਜ ਆਪਾਂ ਰੱਬ ਤੇ ਰੁੱਤਾਂ ਕਹਾਣੀ ਦਾ ਵਿਸ਼ਾ ਕਰਨ ਦੇ ਨਾਲ ਨਾਲ ਇਸ ਕਹਾਣੀ ਦੇ ਜਿਹੜੇ ਮੁੱਖ ਪ੍ਰਸ਼ਨ ਉੱਤਰ ਕਹਿ ਲਓ ਕਿ ਪ੍ਰੀਖਿਆ ਦੇ ਹਿਸਾਬ ਦੇ ਨਾਲ ਬਹੁਤ ਮਹੱਤਵਪੂਰਨ ਆ, ਉਹ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਹੈ ਰੱਬ ਤੇ ਰੁੱਤਾਂ ਜਿਹੜੀ ਕਹਾਣੀ ਆ ਉਹਦੇ ਵਿੱਚ ਕੀ ਵਿਸ਼ਾ ਲੈ ਕੇ ਸਟੋਰੀ ਨੂੰ ਲਿਖਿਆ ਗਿਆ ਜਾਂ ਬਣਾਇਆ ਗਿਆ, ਜਾਂ ਤੁਸੀਂ ਇਹ ਕਹਿ ਲਓ ਕਿ ਜੇ ਤੁਹਾਨੂੰ ਇੱਦਾਂ ਕੁਐਸਚਨ ਆਉਂਦਾ ਆ ਕਿ ਰੱਬ ਤੇ ਰੁੱਤਾਂ ਕਹਾਣੀ ਦੇ ਵਿੱਚ ਲੇਖਿਕਾ ਜਿਹੜੀ ਦਲੀਪ ਕੌਰ ਟਿਵਾਣਾ ਹੈਗੀ ਆ, ਉਹਨੇ ਕੀ ਦੱਸਣ ਦੀ ਕੋਸ਼ਿਸ਼ ਕੀਤੀ ਆ, ਕੀ ਵਿਸ਼ਾ ਲਿਆ ਗਿਆ ਹੈ, ਜਾਂ ਰੱਬ ਤੇ ਰੁੱਤਾਂ ਦਾ ਆਪਸ ਵਿੱਚ ਕੀ ਤਾਲਮੇਲ ਹੈ, ਉਹਦੇ ਉਸ 'ਤੇ ਆਧਾਰਿਤ ਜੇ ਤੁਹਾਨੂੰ ਕੋਈ ਵੀ ਸਵਾਲ ਪੁੱਛਿਆ ਜਾਂਦਾ ਆ ਤਾਂ ਤੁਸੀਂ ਉਹਨੂੰ ਕਿੱਦਾਂ ਲਿਖੋਗੇ। ਸੋ ਸਭ ਤੋਂ ਪਹਿਲਾਂ ਜਿਹੜਾ ਹੈ ਆਪਾਂ ਰੱਬ ਤੇ ਰੁੱਤਾਂ ਕਹਾਣੀ ਦਾ ਵਿਸ਼ਾ ਹੀ ਜਿਹੜਾ ਹੈ ਸਮਝਾਂਗੇ, ਤਾਂ ਕਿ ਬਾਕੀ ਕੁਐਸਚਨ ਜਿਹੜੇ ਆ ਉਹ ਸਮਝਣੇ ਸੌਖੇ ਹੋ ਜਾਣ। ਠੀਕ ਹੈ। ਸੋ ਰੱਬ ਤੇ ਰੁੱਤਾਂ ਜਿਹੜੀ ਕਿ ਡਾਕਟਰ ਦਲੀਪ ਕੌਰ ਟਿਵਾਣਾ ਦੁਆਰਾ ਲਿਖੀ ਗਈ ਕਹਾਣੀ ਆ, ਉਹਦਾ ਜਿਹੜਾ ਹੈ ਅੱਜ ਆਪਾਂ ਪਹਿਲਾਂ ਵਿਸ਼ਾ ਹੀ ਕਰਾਂਗੇ। ਸੋ ਜਿਹੜਾ ਹੈ ਰੱਬ ਤੇ ਰੁੱਤਾਂ ਕਹਾਣੀ ਦਾ ਮੁੱਖ ਵਿਸ਼ਾ ਕੀ ਹੈ। ਰੱਬ ਤੇ ਰੁੱਤਾਂ ਕਹਾਣੀ ਦਾ ਮੁੱਖ ਵਿਸ਼ਾ ਅੱਜ ਦੇ ਵਿਗਿਆਨਕ ਯੁੱਗ ਵਿੱਚ ਮਨੁੱਖ ਨੂੰ ਰੁੱਤਾਂ ਦਾ ਮਹੱਤਵ ਸਮਝਾਉਣਾ ਹੈ। ਵਿਗਿਆਨਕ ਯੁੱਗ ਤਾਂ ਤੁਹਾਨੂੰ ਵੀ ਪਤਾ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਯੁੱਗ ਹੈ ਉਹਦੇ ਵਿੱਚ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਹਰ ਚੀਜ਼ ਨੂੰ ਜਿਹੜਾ ਹੈ ਉਹ ਵਿਗਿਆਨਕ ਤਰਾਜ਼ੂ ਦੇ ਵਿੱਚ ਤੋਲਿਆ ਜਾ ਰਿਹਾ ਆ। ਹਰ ਚੀਜ਼ ਦੇ ਪਿੱਛੇ ਜਿਹੜਾ ਸਾਇੰਟੀਫਿਕ ਰੀਜ਼ਨ ਲੱਭਿਆ ਜਾ ਰਿਹਾ ਆ। ਠੀਕ ਹੈ। ਸੋ ਜਿਹੜਾ ਰੱਬ ਤੇ ਰੁੱਤਾਂ ਕਹਾਣੀ ਦਾ ਵਿਸ਼ਾ ਹੈ ਨਾ, ਉਹ ਜਿਹੜਾ ਹੁਣ ਦਾ ਵਿਗਿਆਨਕ ਯੁੱਗ ਹੈ ਜਿਹਦੇ ਵਿੱਚ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ ਨਾ, ਉਹਦੇ ਵਿੱਚ ਰੁੱਤਾਂ ਦਾ ਮਹੱਤਵ ਸਮਝਾਉਣਾ ਹੈ। ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਅੱਜ ਦਾ ਵਿਗਿਆਨਕ ਯੁੱਗ ਦੇ ਵਿੱਚ ਰੁੱਤਾਂ ਨੂੰ ਮਨੁੱਖ ਨੇ ਆਪਣੇ ਨਿਯੰਤਰਣ ਦੇ ਵਿੱਚ ਕਰ ਲਿਆ, ਕੰਟਰੋਲ ਦੇ ਵਿੱਚ ਕਰ ਲਿਆ। ਜਿੱਦਾਂ ਆਪਾਂ ਕਹਾਣੀ ਦੇ ਵਿੱਚ ਪੜ੍ਹਿਆ ਸੀ ਨਾ ਕਿ ਅੱਗੇ ਜਿਹੜਾ ਹੈ ਰੁੱਤਾਂ ਦੀ ਮਨਮਾਨੀ ਚੱਲਦੀ ਸੀ, ਰੁੱਤਾਂ ਆਪਣੀ ਮਨਮਰਜ਼ੀ ਕਰਦੀਆਂ ਸੀ, ਪਰ ਹੁਣ ਜਿਹੜਾ ਹੈ ਮਨੁੱਖ ਨੇ ਰੁੱਤਾਂ ਨੂੰ ਆਪਣੇ ਕਾਬੂ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ਜਿਹੜਾ ਹੈ ਉਹ ਰੱਬ ਤੇ ਰੁੱਤਾਂ ਕਹਾਣੀ ਦੇ ਰਾਹੀਂ ਦਲੀਪ ਕੌਰ ਟਿਵਾਣਾ ਨੇ ਵਿਗਿਆਨਕ ਯੁੱਗ ਦੇ ਵਿੱਚ ਰੁੱਤਾਂ ਦਾ ਮਹੱਤਵ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਜਿਵੇਂ ਵਿਗਿਆਨਕ ਸਾਧਨਾਂ ਦੀ ਖੋਜ ਵਿੱਚ ਵਾਧਾ ਹੋਇਆ ਹੈ, ਠੀਕ ਹੈ, ਸਾਧਨ ਮਤਲਬ ਸੋਰਸਿਸ, ਵੀ ਜਿੱਦਾਂ ਜਿੱਦਾਂ ਵਿਗਿਆਨ ਦੀ ਜਿਹੜੀਆਂ ਆ ਨਵੀਆਂ ਨਵੀਆਂ ਕਾਢਾਂ ਹੋ ਰਹੀਆਂ, ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਹੈ ਨਾ, ਮਨੁੱਖ ਜਿਹੜਾ ਆ ਨਾ ਕੁਦਰਤ ਦੇ ਪ੍ਰਤੀ ਅਵੇਸਲਾ ਹੋ ਗਿਆ। ਅਵੇਸਲਾ ਕੀ ਹੁੰਦਾ, ਮਤਲਬ ਬੇਪਰਵਾਹ ਹੋ ਗਿਆ। ਬਿਲਕੁਲ ਹੀ ਜਿਹੜੀ ਸਾਡੀ ਨੇਚਰ ਹੈ ਨਾ ਉਹਦੇ ਪ੍ਰਤੀ ਬੇਪਰਵਾਹ ਹੁੰਦਾ ਜਾ ਰਿਹਾ ਹੈ, ਕੋਈ ਧਿਆਨ ਨਹੀਂ ਦਿੰਦਾ। ਕੁਦਰਤੀ ਸਾਧਨਾਂ ਦੇ ਮਹੱਤਵ ਨੂੰ ਭੁੱਲਦਾ ਜਾ ਰਿਹਾ। ਹੁਣ ਕੁਦਰਤੀ ਸਾਧਨ ਸਾਡੇ ਕੋਲ ਹੈਗੇ ਆ, ਦੇਖੋ ਮੀਂਹ ਪੈਂਦਾ ਸੀ, ਮੌਸਮ ਠੰਡਾ ਹੁੰਦਾ ਸੀ, ਸੁਹਾਵਣਾ ਹੁੰਦਾ ਸੀ, ਰੁੱਤ ਦੇ ਵਿੱਚ ਤਬਦੀਲੀ ਆਉਂਦੀ ਸੀ। ਠੀਕ ਹੈ। ਉਹਦੇ ਵਿੱਚ ਜਿਹੜਾ ਮਨੁੱਖ ਆ ਉਹ ਕਹਿ ਲਓ ਕਿ ਇਹਨਾਂ ਰੁੱਤਾਂ ਨੂੰ ਮਾਣਦਾ ਸੀ। ਜਦੋਂ ਗਰਮੀ ਆਉਂਦੀ ਸੀ ਇਹ ਤੋਂ ਬਚਾਅ ਕਰਨ ਦੇ ਸਾਧਨ ਜਿਹੜਾ ਹੈ ਉਹ ਲੱਭਦਾ ਸੀ, ਜਾਂ ਜਿੱਦਾਂ ਮਰਜ਼ੀ ਹੈ। ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਰੁੱਤਾਂ ਨੂੰ ਮਨੁੱਖ ਨੇ ਆਪਣੇ ਕਾਬੂ ਦੇ ਵਿੱਚ ਕੀਤਾ ਹੈ ਨਾ, ਉਹ ਮਨੁੱਖ ਜਿਹੜਾ ਹੈ ਉਹ ਕੁਦਰਤ ਦੇ ਪ੍ਰਤੀ ਅਵੇਸਲਾ ਹੋ ਗਿਆ, ਤੇ ਇਹਨਾਂ ਦਾ ਜਿਹੜਾ ਮਹੱਤਵ ਸੀ ਨਾ ਉਹ ਕੀ ਹੋ ਗਿਆ, ਭੁੱਲ ਗਿਆ। ਅੱਜ ਦਾ ਮਨੁੱਖ ਰੁੱਤਾਂ ਵਿੱਚ ਆਈ ਤਬਦੀਲੀ ਨੂੰ ਮਹਿਸੂਸ ਕਰਨ ਦੀ ਥਾਂ ਇਹਨਾਂ ਤੋਂ ਬਚਣ ਦੇ ਉਪਰਾਲਿਆਂ ਦੇ ਵਿੱਚ ਵਿਅਸਤ ਹੈ। ਉਪਰਾਲੇ ਕੀ ਹੁੰਦੇ, ਕੋਸ਼ਿਸ਼। ਵਿਅਸਤ ਮਤਲਬ ਬਿਜ਼ੀ ਆ। ਮਨੁੱਖ ਜਿਹੜਾ ਹੈ ਉਹ ਵੱਧ ਤੋਂ ਵੱਧ ਕੋਸ਼ਿਸ਼ ਕੀ ਕਰਦਾ ਆ ਕਿ ਜੇਕਰ ਰੁੱਤ ਦੇ ਵਿੱਚ ਕੋਈ ਵੀ ਤਬਦੀਲੀ ਆਈ ਹੈ, ਜਿੱਦਾਂ ਬਹੁਤ ਜ਼ਿਆਦਾ ਗਰਮੀ ਹੋ ਗਈ, ਬਹੁਤ ਜ਼ਿਆਦਾ ਸਰਦੀ ਹੋ ਗਈ, ਮੀਂਹ ਹਨੇਰੀ ਆ ਗਿਆ ਨਾ, ਤਾਂ ਉਹ ਕੀ ਕਰਦਾ ਆ, ਇਹਨਾਂ ਤੋਂ ਬਚਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਬਿਜ਼ੀ ਹੋ ਜਾਂਦਾ ਆ। ਜੇ ਬਹੁਤ ਗਰਮੀ ਹੋ ਜਾਂਦੀ ਹੈ ਤਾਂ ਇਹ ਤੋਂ ਬਚਣ ਦੇ ਲਈ ਏਸੀ, ਕੂਲਰ, ਪੱਖਿਆਂ ਦੀ ਵਰਤੋਂ ਸ਼ੁਰੂ ਕਰ ਦਿੰਦਾ। ਠੰਡ ਆ ਜਾਂਦੀ ਹੈ ਤਾਂ ਹੀਟਰ ਲਾ ਕੇ ਬਹਿ ਜਾਂਦਾ ਆ। ਜੇਕਰ ਮੀਂਹ ਹਨੇਰੀ ਆਉਂਦਾ ਹੈ ਤਾਂ ਬਰਸਾਤੀਆਂ ਕੱਢ ਕੇ ਜਾਂ ਛਤਰੀਆਂ ਕੱਢ ਕੇ ਲੈ ਲੈਂਦਾ। ਸੋ ਕਹਿਣ ਤੋਂ ਕੀ ਭਾਵ ਆ ਕਿ ਮਨੁੱਖ ਜਿਹੜਾ ਹੈ ਨਾ ਇਹਨਾਂ ਤੋਂ ਬਚਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗ ਜਾਂਦਾ। ਇਹਨਾਂ ਨੂੰ ਮੰਨਦਾ ਨਹੀਂ ਆ, ਰੁੱਤਾਂ ਨੂੰ ਮੰਨਣ ਦੀ ਕੋਸ਼ਿਸ਼ ਕਰਨ ਦੀ ਥਾਂ ਇਹਨਾਂ ਤੋਂ ਬਚਣ ਦੇ ਤਰੀਕੇ ਲੱਭਦਾ ਆ, ਜਿਸ ਕਾਰਨ ਧਰਤੀ ਤੇ ਰੁੱਤਾਂ ਦੀ ਮਹੱਤਤਾ ਜਿਹੜੀ ਹੈ ਨਾ ਉਹ ਕੀ ਹੋ ਗਈ ਆ, ਘਟ ਰਹੀ ਆ ਲਗਾਤਾਰ। ਜਿਹੜੀਆਂ ਜਿੱਦਾਂ ਅੱਗੇ ਰੁੱਤਾਂ ਆਪਣੀ ਮਨਮਾਨੀ ਕਰਦੀਆਂ ਸੀ, ਉਹ ਜੋ ਵੀ ਦਿਲ ਕਰਦਾ ਸੀ ਧਰਤੀ ਤੇ ਆ ਕੇ ਕਰਦੀਆਂ ਸੀ ਨਾ, ਪਰ ਹੌਲੀ ਹੌਲੀ ਜਿਹੜੀ ਰੁੱਤਾਂ ਦਾ ਮਹੱਤਵ ਹੈ ਨਾ ਉਹ ਕੀ ਹੋ ਗਿਆ, ਘਟ ਗਿਆ। ਕਿਉਂਕਿ ਮਨੁੱਖ ਨੇ ਇਹਨਾਂ ਰੁੱਤਾਂ ਨੂੰ ਮੰਨਣਾ ਜਿਹੜਾ ਹੈ ਨਾ ਉਹ ਕੀ ਕਰ ਦਿੱਤਾ, ਘਟਾ ਦਿੱਤਾ। ਪਰ ਇਸ ਧਰਤੀ ਤੇ ਹਜੇ ਵੀ ਕੁਝ ਲੋਕ ਹੈ, ਜਿੱਦਾਂ ਆਪਾਂ ਕਹਾਣੀ ਦੇ ਵਿੱਚ ਪੜ੍ਹਿਆ ਸੀ ਨਾ
ਕਿ ਆਮ ਕਰਕੇ ਜਿਹੜੇ ਸ਼ਹਿਰੀ ਲੋਕ ਹੈ ਉਹ ਰੁੱਤਾਂ ਦਾ ਮਹੱਤਵ ਨਹੀਂ ਸਮਝਦੇ, ਪਰ ਫਿਰ ਵੀ ਇੱਕਾ ਦੁੱਕਾ ਜਿਹੜੇ ਲੋਕ ਹਜੇ ਵੀ ਰੁੱਤਾਂ ਦੇ ਮਹੱਤਵ ਨੂੰ ਸਮਝਦੇ ਆ, ਇਹਨਾਂ ਨੂੰ ਮੰਨਦੇ ਆ। ਜਿੱਦਾਂ ਕਹਾਣੀ ਦੇ ਵਿੱਚ ਇਕੱਲਾ ਬੰਦਾ ਜਿਹੜਾ ਹੈ ਉਹ ਮੀਂਹ ਦੇ ਵਿੱਚ ਭਿੱਜਦਾ ਹੋਇਆ ਜਾ ਰਿਹਾ ਸੀ, ਜੋ ਮੌਸਮ ਵਿੱਚ ਆਈ ਤਬਦੀਲੀ ਨੂੰ ਮਹਿਸੂਸ ਕਰਦੇ ਆ, ਕੁਦਰਤ ਨੂੰ ਮੰਨਦੇ ਆ ਤੇ ਖੁੱਲ੍ਹ ਕੇ ਜਿਉਂਦੇ ਆ। ਜਿੱਦਾਂ ਉਹ ਬੰਦਾ ਮੀਂਹ ਦੇ ਵਿੱਚ ਭਿੱਜਦਾ ਹੋਇਆ, ਚੁਟਕੀਆਂ ਵਜਾਉਂਦਾ ਹੋਇਆ, ਗੀਤ ਗਾਉਂਦਾ ਹੋਇਆ ਜਾ ਰਿਹਾ ਸੀ ਨਾ, ਉਹਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿ ਉਹਦੇ ਕੱਪੜੇ ਜਿਹੜੇ ਆ ਭਿੱਜ ਰਹੇ ਆ, ਗਿੱਲੇ ਹੋ ਰਹੇ ਆ। ਉਹ ਖੁੱਲ੍ਹ ਕੇ ਜਿਹੜਾ ਆਪਣੀ ਜ਼ਿੰਦਗੀ ਇੰਜੋਏ ਕਰ ਰਿਹਾ ਸੀ, ਜੀ ਰਿਹਾ ਸੀ। ਸੋ ਅਖੀਰ ਤੇ ਲੇਖਕ ਨੇ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਸ਼ੱਕ ਸਾਰਿਆਂ ਦੇ ਲਈ ਨਹੀਂ, ਬਲਕਿ ਉਹ ਜੋ ਰੁੱਤ ਦਾ ਮਜ਼ਾ ਉਠਾਉਂਦੇ ਆ ਉਹਨਾਂ ਲਈ ਰੁੱਤਾਂ ਦੀ ਸਾਰਥਕਤਾ ਹੈ, ਔਰ ਅਜਿਹੇ ਲੋਕਾਂ ਦੇ ਲਈ ਰੁੱਤਾਂ ਦਾ ਆਉਣਾ ਜਾਣਾ ਬਰਕਰਾਰ ਰਹੇਗਾ। ਬਰਕਰਾਰ ਮਤਲਬ ਹਮੇਸ਼ਾ ਇਸੇ ਤਰ੍ਹਾਂ ਜਿਹੜੀਆਂ ਰੁੱਤਾਂ ਆ ਉਹ ਧਰਤੀ ਦੇ ਉੱਪਰ ਆਉਂਦੀਆਂ ਰਹਿਣਗੀਆਂ। ਸੋ ਮੁੱਖ ਵਿਸ਼ਾ ਕੀ ਆ ਕਿ ਵਿਗਿਆਨਕ ਯੁੱਗ ਦੇ ਵਿੱਚ ਜਿਹੜੀ ਆ ਰੁੱਤਾਂ ਦੀ ਸਾਰਥਕਤਾ ਘਟੀ ਆ, ਮਹੱਤਵ ਘਟਿਆ ਆ, ਕਿਉਂਕਿ ਮਨੁੱਖ ਜਿਹੜਾ ਹੈ ਰੁੱਤਾਂ ਪ੍ਰਤੀ ਅਵੇਸਲਾ ਹੋ ਗਿਆ ਆ, ਉਹਨਾਂ ਨੇ ਰੁੱਤਾਂ ਨੂੰ ਮੰਨਣਾ ਘਟਾ ਦਿੱਤਾ ਆ। ਪਰ ਫਿਰ ਵੀ ਜਿਹੜਾ ਹੈ ਅਸੀਂ ਪੂਰੀ ਤਰ੍ਹਾਂ ਰੁੱਤਾਂ ਦੇ ਪਰਿਵਰਤਨ ਤੋਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਹਜੇ ਵੀ ਕੁਝ ਲੋਕ ਇਹਨਾਂ ਰੁੱਤਾਂ ਦੇ ਮਹੱਤਵ ਨੂੰ ਸਮਝਦੇ ਆ ਔਰ ਇਹਨਾਂ ਨੂੰ ਮੰਨਦੇ ਆ। ਇਸ ਕਰਕੇ ਜਿਹੜਾ ਹੈ ਰੁੱਤਾਂ ਦਾ ਧਰਤੀ ਦੇ ਉੱਪਰ ਆਣਾ ਜਾਣਾ ਇਸੇ ਤਰ੍ਹਾਂ ਹੀ ਬਣਿਆ ਰਹੇਗਾ। ਸੋ ਇਹ ਹੈ ਇਸ ਸਟੋਰੀ ਦਾ ਮੁੱਖ ਵਿਸ਼ਾ, ਜਿਹਦੇ ਵਿੱਚ ਦਲੀਪ ਕੌਰ ਟਿਵਾਣਾ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਸ਼ੱਕ ਵਿਗਿਆਨ ਨੇ ਜਿੰਨੀ ਮਰਜ਼ੀ ਤਰੱਕੀ ਕਰ ਲਈ ਹੋਵੇ, ਜੋ ਮਰਜ਼ੀ ਹੋ ਜਾਵੇ, ਪਰ ਇਸ ਧਰਤੀ ਦੇ ਉੱਪਰ ਰੁੱਤਾਂ ਦੇ ਮਹੱਤਵ ਨੂੰ ਘਟਾਇਆ ਨਹੀਂ ਜਾ ਸਕਦਾ। ਠੀਕ ਹੈ, ਸੋ ਇੱਦਾਂ ਤੁਸੀਂ ਇਹਦਾ ਵਿਸ਼ਾ ਜਿਹੜਾ ਹੈ ਉਹ ਐਕਸਪਲੇਨ ਕਰੋਗੇ। ਹੁਣ ਆਪਾਂ ਇਹਦੇ ਜਿਹੜੇ ਆ ਬਾਕੀ ਕੁਐਸਚਨ ਆਨਸਰਸ ਉਹ ਕਰਦੇ ਆ। ਸਭ ਤੋਂ ਪਹਿਲਾ ਕੁਐਸਚਨ ਜਿਹੜਾ ਹੈ ਬੇਟਾ ਮੇਰੇ ਕੋਲ ਉਹ ਹੈ, ਰੁੱਤਾਂ ਉਦਾਸ ਕਿਉਂ ਹੋ ਗਈਆਂ? ਕਿਉਂਕਿ ਹੁਣ ਜਿਹੜੀਆਂ ਆ ਰੁੱਤਾਂ ਪਹਿਲਾਂ ਤਾਂ ਜਦੋਂ ਧਰਤੀ ਤੇ ਆਉਂਦੀਆਂ ਸੀ ਖੁਸ਼ੀ ਖੁਸ਼ੀ ਆਉਂਦੀਆਂ ਸੀ, ਪਰ ਹੁਣ ਰੁੱਤਾਂ ਜਿਹੜੀਆਂ ਆ ਉਹ ਉਦਾਸ ਕਿਉਂ ਹੋ ਗਈਆਂ ਸੀ? ਜਦੋਂ ਰੱਬ ਦੇ ਜ਼ਿਹਨ ਦੇ ਵਿੱਚ ਸ੍ਰਿਸ਼ਟੀ ਦੀ ਸਿਰਜਣਾ ਦਾ ਵਿਚਾਰ ਖੌਰੂ ਪਾ ਰਿਹਾ ਸੀ ਨਾ, ਤਾਂ ਰੱਬ ਨੇ ਆਪਣੀ ਇਕਾਗਰਤਾ ਬਣਾਈ ਰੱਖਣ ਦੇ ਲਈ, ਇਕਾਗਰਤਾ ਕੀ ਹੁੰਦੀ ਆ? ਧਿਆਨ ਨੂੰ ਇੱਕ ਪਾਸੇ ਲਗਾਉਣਾ, ਰੁੱਤਾਂ ਨੂੰ ਧਰਤੀ ਤੇ ਪੈਰਾ ਦੇਣ ਦੇ ਲਈ ਕਿਹਾ। ਜਦੋਂ ਰੱਬ ਦੇ ਹੁਕਮ ਦੀਆਂ ਬੰਨੀਆਂ ਰੁੱਤਾਂ ਧਰਤੀ ਤੇ ਆਈਆਂ ਤਾਂ ਉਹ ਆਪਣੀ ਮਨਮਰਜ਼ੀ ਕਰਦੀਆਂ। ਜਦੋਂ ਮਰਜ਼ੀ ਹੜ੍ਹ ਆ ਜਾਂਦੇ, ਪਿੰਡਾਂ ਦੇ ਪਿੰਡ ਰੁੜ ਜਾਂਦੇ। ਜਦੋਂ ਮਰਜ਼ੀ ਹਵਾ ਸਾਹ ਰੋਕ ਕੇ ਖਲੋ ਜਾਂਦੀ, ਮਨੁੱਖ ਦਾ ਸਾਹ ਲੈਣਾ ਔਖਾ ਹੋ ਜਾਂਦਾ। ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ। ਪਰ ਹੌਲੀ ਹੌਲੀ ਮਨੁੱਖ ਨੇ ਰੁੱਤਾਂ ਦੇ ਪ੍ਰਕੋਪ ਤੋਂ ਬਚਣ ਦਾ ਢੰਗ ਲੱਭ ਲਿਆ। ਹੌਲੀ ਰੁੱਤਾਂ ਦੀ ਮਨਮਰਜ਼ੀ ਚੱਲਣੀ ਬੰਦ ਹੋ ਗਈ, ਕਿਉਂਕਿ ਮਨੁੱਖ ਨੇ ਸਰਦੀ, ਗਰਮੀ, ਵਰਖਾ ਤੋਂ ਬਚਣ ਦਾ ਜਿਹੜਾ ਸੀ ਢੰਗ ਸਿੱਖ ਲਿਆ, ਜਿਸ ਕਰਕੇ ਰੁੱਤਾਂ ਜਿਹੜੀਆਂ ਸੀ ਕੀ ਹੋ ਗਈਆਂ? ਉਦਾਸ ਹੋ ਗਈਆਂ। ਸੋ ਕੀ ਹੋਇਆ ਕਿ ਜਿਹੜਾ ਰੱਬ ਸੀ ਉਹ ਸ੍ਰਿਸ਼ਟੀ ਦੀ ਸਿਰਜਣਾ ਕਰਨਾ ਚਾਹੁੰਦਾ ਸੀ, ਠੀਕ ਹੈ, ਪਰ ਉਹਦਾ ਜਿਹੜੀ ਹੈ ਇਕਾਗਰਤਾ ਕੀ ਹੁੰਦੀ ਹੈ? ਧਿਆਨ ਨੂੰ ਇੱਕ ਪਾਸੇ ਲਾਣਾ। ਉਹਦੀ ਇਕਾਗਰਤਾ ਭੰਗ ਹੋ ਰਹੀ ਸੀ ਬਾਰ-ਬਾਰ। ਕਿਉਂ? ਕਿਉਂਕਿ ਰੁੱਤਾਂ ਦੇ ਵਿੱਚ ਜਿਹੜੀ ਹੈ ਨਾ ਉਹਦਾ ਧਿਆਨ ਭਟਕ ਰਿਹਾ ਸੀ। ਇਸ ਕਰਕੇ ਰੱਬ ਨੇ ਕੀ ਕੀਤਾ? ਰੁੱਤਾਂ ਨੂੰ ਧਰਤੀ ਦੇ ਉੱਪਰ ਜਾਣ ਦਾ ਹੁਕਮ ਦੇ ਦਿੱਤਾ। ਸੋ ਜਦੋਂ ਰੁੱਤਾਂ ਧਰਤੀ ਤੇ ਆਈਆਂ ਤਾਂ ਰੁੱਤਾਂ ਨੇ ਆਪਣੀ ਮਰਜ਼ੀ ਚਲਾਈ। ਕਿਉਂ? ਕਿਉਂਕਿ ਜੇ ਗਰਮੀ ਪੈਂਦੀ ਸੀ ਤਾਂ ਅੱਤ ਦਰਜੇ ਦੀ ਗਰਮੀ ਪੈਂਦੀ ਸੀ, ਮਨੁੱਖ ਦਾ ਸਾਹ ਲੈਣਾ ਔਖਾ ਹੋ ਜਾਂਦਾ ਸੀ। ਜੇ ਹੜ੍ਹ ਆਉਂਦੇ ਸੀ ਤਾਂ ਪਿੰਡਾਂ ਦੇ ਪਿੰਡ ਰੁੜ ਜਾਂਦੇ ਸੀ, ਬਹੁਤ ਨੁਕਸਾਨ ਹੁੰਦਾ ਸੀ। ਫਿਰ ਜੇ ਕਿਤੇ ਮੀਂਹ ਨਾ ਪੈਂਦੇ ਤਾਂ ਸਾਰੀ ਬਨਸਪਤੀ ਸੁੱਕ ਸੜ ਜਾਂਦੀ ਸੀ। ਪਰ ਹੌਲੀ ਹੌਲੀ ਕੀ ਹੋਇਆ? ਮਨੁੱਖ ਨੇ ਇਹਨਾਂ ਚੀਜ਼ਾਂ ਦਾ ਪ੍ਰਕੋਪ ਜਿਹੜਾ ਸੀ ਉਹਨੂੰ ਘਟਾਉਣ ਦੇ ਤਰੀਕੇ ਲੱਭ ਲਏ, ਠੀਕ ਹੈ। ਗਰਮੀ ਸਰਦੀ ਤੋਂ, ਮੀਂਹ ਹਨੇਰੀ ਤੋਂ ਬਚਣ ਦਾ ਜਿਹੜਾ ਸੀ ਤਰੀਕਾ ਲੱਭ ਲਿਆ। ਸੋ ਹੌਲੀ ਹੌਲੀ ਕੀ ਹੋਇਆ? ਰੁੱਤਾਂ ਦੀ ਜਿਹੜੀ ਮਨਮਰਜ਼ੀ ਸੀ ਉਹ ਚੱਲਣੀ ਬੰਦ ਹੋ ਗਈ, ਔਰ ਇਸ ਕਰਕੇ ਜਿਹੜੀਆਂ ਰੁੱਤਾਂ ਸੀ ਉਹ ਕੀ ਹੋ ਗਈਆਂ? ਉਦਾਸ ਹੋ ਗਈ, ਠੀਕ ਹੈ। ਨੈਕਸਟ ਕੁਐਸਚਨ ਹੈ, ਰੁੱਤਾਂ ਧਰਤੀ ਤੇ ਕਿਉਂ ਆਈਆਂ? ਕੀ ਕਰਨ ਦੇ ਲਈ ਆਈਆਂ ਸੀ? ਜਦੋਂ ਰੁੱਤਾਂ ਨੇ ਰੱਬ ਅੱਗੇ ਜਾ ਕੇ ਅਰਜ਼ ਗੁਜ਼ਾਰੀ ਮਤਲਬ ਬੇਨਤੀ ਕੀਤੀ ਕਿ ਉਹਨਾਂ ਨੂੰ ਵਾਪਸ ਆਉਣ ਦੀ ਆਗਿਆ ਦਿਓ। ਹੁਣ ਰੁੱਤਾਂ ਜਿਹੜੀਆਂ ਸੀ ਉਹ ਉਦਾਸ ਹੋ ਗਈਆਂ ਸੀ, ਕਿਉਂਕਿ ਉਹਨਾਂ ਦੀ ਤਾਂ ਮਨਮਰਜ਼ੀ ਨਹੀਂ ਸੀ ਚੱਲਦੀ। ਇਸ ਕਰਕੇ ਰੁੱਤਾਂ ਜਿਹੜੀਆਂ ਸੀ ਵਾਪਸ ਰੱਬ ਕੋਲ ਗਈਆਂ ਸੀ ਕਿ ਉਹਨਾਂ ਨੂੰ ਜਿਹੜਾ ਹੈ ਵਾਪਸ ਸੱਦਿਆ ਜਾਵੇ, ਕਿਉਂਕਿ ਰੱਬ ਨੇ ਹੀ ਤਾਂ ਰੁੱਤਾਂ ਨੂੰ ਧਰਤੀ ਤੇ ਭੇਜਿਆ ਸੀ, ਠੀਕ ਹੈ। ਕਿਉਂਕਿ ਧਰਤੀ ਤੇ ਉਹਨਾਂ ਦੀ ਕੋਈ ਲੋੜ ਨਹੀਂ। ਤਾਂ ਰੱਬ ਰੁੱਤਾਂ ਦੀ ਸ਼ਿਕਾਇਤ ਸੁਣ ਕੇ ਇੱਕ ਨਿੱਕੀ ਜਿਹੀ ਚਿੜੀ ਦਾ ਰੂਪ ਧਾਰਨ ਕਰਕੇ ਧਰਤੀ ਤੇ ਆਇਆ ਸੀ, ਤਾਂ ਕਿ ਉਹ ਦੇਖ ਸਕੇ ਕਿ ਰੁੱਤਾਂ ਜੋ ਕਹਿ ਰਹੀਆਂ ਆ ਉਹ ਠੀਕ ਹੈ ਜਾਂ
ਨਹੀਂ। ਸੋ ਇਸ ਕਰਕੇ ਜਿਹੜਾ ਸੀ ਰੱਬ ਧਰਤੀ ਤੇ ਆਇਆ ਸੀ ਇਹ ਦੇਖਣ ਦੇ ਲਈ ਕਿ ਰੁੱਤਾਂ ਨੇ ਜਿਹੜੀ ਸ਼ਿਕਾਇਤ ਕੀਤੀ ਹੈ ਧਰਤੀ ਦੇ ਇਨਸਾਨਾਂ ਬਾਰੇ ਉਹ ਸਹੀ ਹੈ ਜਾਂ ਨਹੀਂ ਹੈ। ਸੋ ਰੱਬ ਜਿਹੜਾ ਹੈ ਉਹ ਇਹ ਜਾਣਕਾਰੀ ਹਾਸਲ ਕਰਨ ਦੇ ਲਈ ਧਰਤੀ ਦੇ ਉੱਪਰ ਆਇਆ ਸੀ। ਧਰਤੀ ਤੇ ਆ ਕੇ ਰੱਬ ਨੇ ਕੀ ਮਹਿਸੂਸ ਕੀਤਾ? ਹੁਣ ਇਹਦੇ ਵਿੱਚ ਨਾ ਜਦੋਂ ਵੀ ਆਪਾਂ ਲਿਖਦੇ ਆ ਆਪਾਂ ਆਮ ਕਰਕੇ ਨਾ ਇਹਦੇ ਵਿੱਚ ਸ਼ਹਿਰੀ ਮਾਹੌਲ ਲਿਖ ਦਿੰਨੇ ਆ ਕਿ ਜਦੋਂ ਰੱਬ ਧਰਤੀ ਤੇ ਆਇਆ, ਰੱਬ ਸ਼ਹਿਰ ਦੇ ਵਿੱਚ ਗਿਆ, ਉਹਨੇ ਦੇਖਿਆ ਕਿ ਕੋਈ ਵੀ ਜਿਹੜਾ ਹੈ ਉਹ ਰੁੱਤਾਂ ਦਾ ਮਹੱਤਵ ਨਹੀਂ ਸਮਝਦਾ। ਪਰ ਇਹ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਜਦੋਂ ਰੱਬ ਧਰਤੀ ਤੇ ਆਇਆ ਚਿੜੀ ਦਾ ਰੂਪ ਧਾਰਨ ਕਰਕੇ, ਉਦੋਂ ਉਹਨੇ ਆ ਕੇ ਕੀ ਮਹਿਸੂਸ ਕੀਤਾ ਨਾ ਉਹਦੀ ਜਾਣਕਾਰੀ ਦੇਣੀ ਜ਼ਰੂਰੀ ਹੈ। ਠੀਕ ਹੈ। ਸੋ ਜਦੋਂ ਰੁੱਤਾਂ ਨੇ ਆਪਣੀ ਸ਼ਿਕਾਇਤ ਦੀ ਜਾਂਚ ਪੜਤਾਲ ਕਰਨ ਦੀ ਅਰਜ਼ ਗੁਜ਼ਾਰੀ ਮਤਲਬ ਬੇਨਤੀ ਕੀਤੀ, ਤਾਂ ਰੱਬ ਚਿੜੀ ਬਣ ਕੇ ਸ਼ਾਮ ਦੇ ਸਮੇਂ ਧਰਤੀ ਤੇ ਆਇਆ। ਰੁੱਤ ਉਦੋਂ ਬਹਾਰ ਦੀ ਸੀ, ਅਸਮਾਨ ਕਾਲੇ ਬੱਦਲਾਂ ਦੇ ਨਾਲ ਘਿਰਿਆ ਹੋਇਆ ਸੀ, ਮੋਰ ਖੁਸ਼ੀ ਦੇ ਵਿੱਚ ਪੈਲਾਂ ਪਾ ਰਹੇ ਸੀ, ਜੰਗਲੀ ਫੁੱਲ ਖੁਸ਼ ਹੋ ਕੇ ਝੂਮ ਰਹੇ ਸਨ, ਪੰਛੀ, ਫੁੱਲ, ਪੱਤੇ, ਪਪੀਹੇ ਸਭ ਖੁਸ਼ੀ ਦੇ ਭਰੇ ਇੱਕ ਦੂਜੇ ਨੂੰ ਖੁਸ਼ੀ ਭਰੇ ਸੰਦੇਸ਼ ਭੇਜ ਰਹੇ ਸਨ। ਉਸ ਸਮੇਂ ਰੱਬ ਨੇ ਮਹਿਸੂਸ ਕੀਤਾ ਕਿ ਧਰਤੀ ਤਾਂ ਬਹੁਤ ਹੀ ਸੋਹਣੀ ਹੈ। ਸੋ ਜਦੋਂ ਰੱਬ ਧਰਤੀ ਤੇ ਆਇਆ ਨਾ ਉਸ ਸਮੇਂ ਜਿਹੜਾ ਧਰਤੀ ਦਾ ਮਾਹੌਲ ਕਿਹੋ ਜਿਹਾ ਸੀ? ਉਸ ਸਮੇਂ ਜਿਹੜਾ ਹੈ ਸ਼ਾਮ ਦਾ ਸਮਾਂ ਸੀ, ਸਾਰਾ ਅਸਮਾਨ ਜਿਹੜਾ ਹੈ ਉਹ ਬਹਾਰ ਦੀ ਰੁੱਤ ਹੋਣ ਕਰਕੇ ਕਾਲੇ ਬੱਦਲਾਂ ਦੇ ਨਾਲ ਘਿਰਿਆ ਹੋਇਆ ਸੀ, ਮੋਰ ਜਿਹੜੇ ਆ ਉਹ ਖੁਸ਼ੀ ਦੇ ਵਿੱਚ ਪੈਲਾਂ ਪਾ ਰਹੇ ਸੀ, ਫੁੱਲ ਖਿਲੇ ਹੋਏ ਸੀ, ਪਪੀਹੇ ਜਿਹੜੇ ਆ ਉਹ ਗਾ ਰਹੇ ਸੀ। ਸੋ ਹਰ ਪਾਸੇ ਜਿਹੜਾ ਹੈ ਨਾ ਉਹ ਇੱਕ ਖੁਸ਼ੀ ਭਰਿਆ ਮਾਹੌਲ ਸੀ। ਪਰ ਜਿਉਂ ਹੀ ਰੱਬ ਸ਼ਹਿਰ ਦੇ ਵਿੱਚ ਵੜਿਆ, ਵੱਡੀ ਗਿਣਤੀ ਲੋਕ ਦੌੜੇ ਭੱਜੇ ਫਿਰਦੇ ਸੀ, ਕੋਈ ਕਿਸੇ ਨੂੰ ਪਹਿਚਾਣਦਾ ਨਹੀਂ, ਸਭ ਘੜੀਆਂ ਵੇਖ ਵੇਖ ਦੌੜ ਰਹੇ ਸੀ। ਅਸਲ ਵਿੱਚ ਸ਼ਹਿਰੀ ਲੋਕਾਂ ਵਿੱਚ ਕੰਮ ਦੀ ਦੌੜ ਅਜਿਹੀ ਹੈ ਕਿ ਕਿਸੇ ਕੋਲ ਸਮਾਂ ਹੀ ਨਹੀਂ। ਇਹ ਸਭ ਵੇਖ ਕੇ ਰੱਬ ਘਬਰਾ ਗਿਆ। ਸੋ ਪਹਿਲਾਂ ਰੱਬ ਨੇ ਜੰਗਲ ਦਾ ਦ੍ਰਿਸ਼ ਦੇਖਿਆ, ਉਸ ਤੋਂ ਬਾਅਦ ਜਿਹੜਾ ਸੀ ਰੱਬ ਸ਼ਹਿਰ ਦੇ ਵਿੱਚ ਵੜਿਆ, ਜਿੱਥੇ ਉਹਨੇ ਕੀ ਮਹਿਸੂਸ ਕੀਤਾ ਕਿ ਸ਼ਹਿਰੀ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਕੀ ਹੈ, ਕੰਮ ਦੀ ਦੌੜ ਲੱਗੀ ਹੋਈ ਹੈ। ਸ਼ਹਿਰੀ ਲੋਕ ਜਿਹੜੇ ਆ ਉਹ ਕੁਦਰਤ ਦੇ ਮਹੱਤਵ ਨੂੰ ਸਮਝਣ ਦੀ ਜਗ੍ਹਾ ਸਿਰਫ ਕਹਿ ਲਓ ਆਪਣੇ ਕੰਮਾਂ ਕਾਜਾਂ ਨੂੰ ਔਰ ਪੈਸੇ ਦੀ ਦੌੜ ਦੇ ਵਿੱਚ ਦੌੜੇ ਭੱਜੇ ਫਿਰਦੇ ਆ, ਜਿਨ੍ਹਾਂ ਕੋਲ ਸਮਾਂ ਹੀ ਨਹੀਂ ਹੈ ਕਿ ਉਹ ਰੁੱਤਾਂ ਨੂੰ ਮਾਣ ਸਕਣ ਜਾਂ ਉਹਨਾਂ ਨੂੰ ਮਹਿਸੂਸ ਕਰ ਸਕਣ। ਸੋ ਇਹ ਸਾਰਾ ਦ੍ਰਿਸ਼ ਦੇਖ ਕੇ ਰੱਬ ਜਿਹੜਾ ਸੀ ਉਹ ਘਬਰਾ ਗਿਆ। ਨੈਕਸਟ ਕੁਐਸਚਨ ਹੈ, ਸ਼ਹਿਰ ਦਾ ਮਾਹੌਲ ਵੇਖ ਕੇ ਰੱਬ ਪਰੇਸ਼ਾਨ ਕਿਉਂ ਹੋ ਗਿਆ? ਹੁਣ ਰੱਬ ਜਿਹੜਾ ਸੀ ਉਹ ਸ਼ਹਿਰ ਦੇ ਵਿੱਚ ਵੜਿਆ, ਉਹ ਕਿਉਂ ਪਰੇਸ਼ਾਨ ਸੀ, ਕੀ ਕਾਰਨ ਹੋਇਆ? ਚਿੜੀ ਬਣਿਆ ਰੱਬ ਜਦੋਂ ਸ਼ਹਿਰ ਵਿੱਚ ਗਿਆ ਤਾਂ ਅਚਾਨਕ ਉਸਨੇ ਦੇਖਿਆ ਕਿ ਉੱਥੇ ਬਹੁਤ ਭੀੜ ਹੈ, ਲੋਕ ਬਾਰ-ਬਾਰ ਘੜੀ ਨੂੰ ਵੇਖ ਰਹੇ ਆ। ਇੱਕ ਬਾਈ ਰੰਗ ਬਿਰੰਗੀਆਂ ਚਿੜੀਆਂ ਨੂੰ ਪਿੰਜਰੇ ਦੇ ਵਿੱਚ ਕੈਦ ਕਰੀ ਵੇਚ ਰਿਹਾ ਸੀ, ਜਿਸ ਨੂੰ ਵੇਖ ਕੇ ਰੱਬ ਡਰ ਗਿਆ। ਸ਼ਹਿਰੀ ਲੋਕ ਜੇਬ ਚੋਂ ਛੇਤੀ ਪੈਸਾ ਖਰਚ ਕੇ ਰਾਜੀ ਨਹੀਂ। ਹੁਣ ਇੱਥੇ ਜਿਹੜਾ ਹੈ ਤੁਸੀਂ ਬੇਟਾ ਐਡ ਕਰ ਸਕਦੇ ਹੋ ਕਿ ਜਿਹੜਾ ਇੱਥੇ ਬੰਦਾ ਜਿਹਨੇ ਕਿ ਰੰਗ ਬਰੰਗੀਆਂ ਚਿੜੀਆਂ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ ਸੀ, ਉਹਨੇ ਪੰਛੀਆਂ ਨੂੰ ਵੀ ਜਿਹੜਾ ਹੈ ਆਪਣੀ ਕਮਾਈ ਦਾ ਸਾਧਨ ਬਣਾਇਆ ਹੋਇਆ ਸੀ, ਕਿਉਂਕਿ ਉਹਨੂੰ ਜਿਹੜਾ ਹੈ ਪੰਛੀਆਂ ਦੀ ਆਜ਼ਾਦੀ ਨਾਲ ਕੋਈ ਮਤਲਬ ਨਹੀਂ ਸੀ। ਉਹ ਸਿਰਫ ਜਿਹੜਾ ਹੈ ਆਪਣੀ ਕਮਾਈ ਦੇ ਲਈ ਉਹਨੇ ਭੋਲੇ ਭਾਲੇ ਤੇ ਜਿਹੜੇ ਬੇਜ਼ੁਬਾਨ ਪੰਛੀ ਹੈ ਉਹਨਾਂ ਨੂੰ ਪਿੰਜਰੇ ਦੇ ਵਿੱਚ ਡੱਕ ਕੇ ਕਮਾਈ ਦਾ ਜ਼ਰੀਆ ਬਣਾਇਆ ਹੋਇਆ ਸੀ। ਔਰ ਉਹਨੂੰ ਜਿਹੜਾ ਹੈ ਇਹਦੇ ਨਾਲ ਕੋਈ ਫਰਕ ਨਹੀਂ ਸੀ ਪੈ ਰਿਹਾ ਕਿ ਜਿਹੜੇ ਪੰਛੀ ਆ ਉਹ ਆਜ਼ਾਦ ਉੱਡਣ ਦੇ ਲਈ ਬਣੇ ਆ। ਰੱਬ ਜਿਹੜਾ ਸੀ ਉਹ ਡਰ ਗਿਆ। ਸ਼ਹਿਰੀ ਲੋਕ ਜੇਬ ਚੋਂ ਛੇਤੀ ਪੈਸਾ ਖਰਚਦੇ ਹੀ ਨਹੀਂ ਹੈ, ਕੰਜੂਸ ਹੈ। ਕਿੱਦਾਂ ਕੰਜੂਸ ਹੈ? ਭਗਤੀ ਦੇ ਨਾਮ ਤੇ ਸਿਰਫ ਕੀ ਕਰਦੇ ਆ, ਦਿਖਾਵਾ ਕਰਦੇ ਆ। ਹੁਣ ਜਿਹੜਾ ਇਹਦੇ ਵਿੱਚ ਤੁਸੀਂ ਕਹਾਣੀ ਦੇ ਵਿੱਚ ਪੜ੍ਹਿਆ ਕਿ ਜਿਹੜਾ ਮੋਟਾ ਲਾਲਾ ਸੀ, ਜਿਹੜਾ ਕਿ ਸਿਰਫ ਭਗਤੀ ਦੇ ਨਾਮ ਤੇ ਕੀ ਕਰ ਰਿਹਾ ਸੀ, ਦਿਖਾਵਾ। ਕਿਉਂ? ਕਿਉਂਕਿ ਜੇਕਰ ਉਹਨੇ ਗਰੀਬ ਬੱਚੇ ਕੋਲੋਂ ਫੁੱਲਾਂ ਦਾ ਹਾਰ ਵੀ ਖਰੀਦਿਆ ਨਾ ਤਾਂ ਉਹਦੇ ਵਿੱਚ ਵੀ ਉਹਨੇ ਮੋਲ ਭਾਵ ਕੀਤਾ, ਔਰ ਰੱਬ ਦੇ ਕਹਿ ਲਓ ਦਰਬਾਰ ਦੇ ਵਿੱਚ ਜਾ ਕੇ ਵੀ ਉਹਨੇ ਜਿਹੜਾ ਸੀ ਰੱਬ ਦੇ ਚਰਨਾਂ ਦੇ ਵਿੱਚ ਮੋਤੀਏ ਦਾ ਹਾਲ ਵਗਾ ਕੇ ਮਾਰਿਆ ਸੀ ਔਰ ਰੱਬ ਦੇ ਨਾਲ ਲੈਣ ਦੇਣ ਦੀ ਗੱਲ ਕੀਤੀ ਸੀ। ਸੋ ਜਿਹੜੇ ਸ਼ਹਿਰੀ ਲੋਕ ਹੈ ਉਹ ਭਗਤੀ ਦੇ ਨਾਮ ਤੇ ਵੀ ਸਿਰਫ ਕੀ ਕਰਦੇ ਆ, ਦਿਖਾਵਾ ਹੀ ਕਰਦੇ ਆ। ਕੁਦਰਤ ਨੂੰ ਮੰਨਣਾ ਨਹੀਂ ਜਾਣਦੇ ਬਲਕਿ ਰੁੱਤਾਂ ਤੋਂ ਬਚਦੇ ਆ। ਸ਼ਹਿਰੀ ਲੋਕਾਂ ਨੇ ਹੌਲੀ ਹੌਲੀ
ਰੁੱਖਾਂ ਨੂੰ ਖਤਮ ਕਰ ਦਿੱਤਾ ਹੈ। ਜਿੱਦਾਂ ਹੁਣ ਤੁਸੀਂ ਕਹਾਣੀ 'ਚ ਪੜ੍ਹਿਆ ਹੈ ਨਾ ਕਿ ਸ਼ਹਿਰ ਦੇ ਵਿੱਚ ਤਾਂ ਰੁੱਖ ਕਿਤੇ ਨਜ਼ਰ ਹੀ ਨਹੀਂ ਆਉਂਦੇ, ਪੰਛੀ ਕਿੱਥੇ ਰਹਿੰਦੇ ਹੋਣਗੇ, ਕਿਉਂਕਿ ਹਰ ਪਾਸੇ ਤਾਂ ਕਹਿ ਲਓ ਕਿ ਇਮਾਰਤਾਂ ਜਾਂ ਬਿਜਲੀ ਦੇ ਖੰਭੇ ਹੀ ਨਜ਼ਰ ਆਉਂਦੇ ਆ, ਰੁੱਖ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦੇ। ਸਭ ਪਾਸੇ ਬਿਜਲੀ ਦੇ ਖੰਭੇ ਨਜ਼ਰ ਆਉਂਦੇ ਆ, ਪੰਛੀ ਤਾਂ ਨਜ਼ਰ ਹੀ ਨਹੀਂ ਆਉਂਦੇ। ਸ਼ਹਿਰਾਂ ਵਿੱਚ ਕਿਸੇ ਨੂੰ ਕਣੀਆਂ ਦੀ ਛੇੜਖਾਨੀ ਮਹਿਸੂਸ ਨਹੀਂ ਹੁੰਦੀ, ਕਰਦਾ ਹੀ ਨਹੀਂ ਕੋਈ, ਤੇ ਨਾ ਹੀ ਕਿਸੇ ਨੇ ਮੀਂਹ ਦੀਆਂ ਕਣੀਆਂ ਨੂੰ ਬੋਚਣ ਕੀ ਹੁੰਦਾ ਹੈ, ਹੱਥ ਦੀਆਂ ਤਲੀਆਂ ਦੇ ਵਿੱਚ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਭ ਦੇਖ ਕੇ ਰੱਬ ਨੂੰ ਲੱਗਾ ਕਿ ਧਰਤੀ ਤੇ ਰੁੱਤਾਂ ਦੇ ਬਦਲਾਅ ਨੂੰ ਕੋਈ ਵੀ ਮਹਿਸੂਸ ਨਹੀਂ ਕਰਦਾ। ਸੋ ਸ਼ਹਿਰੀ ਮਾਹੌਲ ਨੂੰ ਦੇਖ ਕੇ ਜਿਹੜਾ ਸੀ ਰੱਬ ਡਰ ਗਿਆ ਕਿ ਸ਼ਹਿਰਾਂ ਦੇ ਲੋਕ ਤਾਂ ਜਿਹੜੇ ਆ ਉਹ ਰੁੱਤਾਂ ਨੂੰ ਮੰਨਦੇ ਹੀ ਨਹੀਂ ਆ, ਉਹਨਾਂ ਨੂੰ ਰੁੱਤਾਂ ਵਿੱਚ ਆਈ ਤਬਦੀਲੀ ਨਾਲ ਕੋਈ ਫਰਕ ਨਹੀਂ ਪੈਂਦਾ। ਕੋਈ ਜਿਹੜਾ ਹੈ ਉਹ ਕਹਿ ਲਓ ਕਿ ਜਦੋਂ ਮੀਂਹ ਪੈਂਦਾ ਹੈ ਮਿੱਟੀ ਦੀ ਮਹਿਕ ਉੱਠਦੀ ਹੈ, ਜਾਂ ਕਹਿ ਲਓ ਕਿ ਹੱਥ ਦੀਆਂ ਤਲੀਆਂ ਦੇ ਵਿੱਚ ਮਿੱਟੀ ਜਿਹੜੀਆਂ ਮੀਂਹ ਦੀਆਂ ਕਣੀਆਂ ਆ ਉਹਨਾਂ ਨੂੰ ਇਕੱਠਾ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦਾ। ਕੋਈ ਵੀ ਰੁੱਤਾਂ ਵਿੱਚ ਆਈ ਤਬਦੀਲੀ ਨੂੰ ਮਹਿਸੂਸ ਨਹੀਂ ਕਰਦਾ, ਬਲਕਿ ਸ਼ਹਿਰੀ ਲੋਕਾਂ ਵਿੱਚ ਸਿਰਫ ਜਿਹੜਾ ਹੈ ਉਹ ਕੀ ਹੈ, ਪੈਸੇ ਦੀ ਦੌੜ। ਨੈਕਸਟ ਦੇਖੋ, ਛੱਪੜ ਕੰਢੇ ਬੈਠਾ ਆਦਮੀ ਕੀ ਕਰ ਰਿਹਾ ਸੀ। ਅਚਾਨਕ ਰੱਬ ਨੇ ਵੇਖਿਆ ਕਿ ਇੱਕ ਬੰਦਾ ਪਿੰਡ ਦੀ ਡਿੰਗੀ ਟੇਢੀ ਡੰਡੀ ਉੱਤੇ ਖੁੱਲੇ ਖੇਤਾਂ ਵਿਚਕਾਰ ਗੀਤ ਗਾਉਂਦਾ ਹੋਇਆ ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ ਜਾ ਰਿਹਾ ਸੀ। ਤੇਜ਼ ਕਣੀਆਂ ਵਿੱਚੋਂ ਲੰਘਦਾ ਹੋਇਆ ਇਹ ਬੇਪਰਵਾਹ ਬੰਦਾ ਮੀਂਹ ਦਾ ਪੂਰਾ ਆਨੰਦ ਲੈ ਰਿਹਾ ਸੀ। ਅਚਾਨਕ ਉਹ ਇੱਕ ਟੋਬਾ ਕੀ ਹੁੰਦਾ, ਛੱਪੜ ਕੰਢੇ ਪਹੁੰਚ ਗਿਆ। ਉਸਨੇ ਮਹਿਸੂਸ ਕੀਤਾ ਕਿ ਬਗਲੇ ਛੱਪੜ ਦੇ ਵਿੱਚ ਚੌਹਲ ਕਦਮੀ ਦੀ ਜਗ੍ਹਾ ਰਾਜੇ ਤੁਸੀਂ ਸ਼ਰਾਰਤਾਂ ਵੀ ਲਿਖ ਸਕਦੇ ਹੋ, ਠੀਕ ਹੈ, ਸ਼ਰਾਰਤਾਂ ਕਰ ਰਹੇ ਸੀ। ਮੀਂਹ ਦੀਆਂ ਕਣੀਆਂ ਨਾਲ ਛੱਪੜ ਦੇ ਪਾਣੀ ਵਿੱਚ ਹਿਲਜੁਲ ਹੋ ਰਹੀ ਸੀ। ਤੁਹਾਡੀ ਜਿੱਦਾਂ ਕਹਾਣੀ 'ਚ ਲਿਖਿਆ ਨਾ ਕਿ ਪਾਣੀ ਦੇ ਵਿੱਚ ਕੁੱਤਕਧਾਰੀਆਂ ਨਿਕਲ ਰਹੀਆਂ ਸੀ, ਕੁੱਤਕਧਾਰੀਆਂ ਮਤਲਬ ਹਿਲਜੁਲ ਹੋ ਰਹੀ ਸੀ। ਜਦੋਂ ਮੀਂਹ ਦੀਆਂ ਕਣੀਆਂ ਛੱਪੜ ਦੇ ਵਿੱਚ ਡਿੱਗਦੀਆਂ ਸੀ ਨਾ ਤਾਂ ਉਹਦੇ ਨਾਲ ਪਾਣੀ ਦੇ ਵਿੱਚ ਜਿਹੜੀ ਹੈ ਨਾ ਹਿਲਜੁਲ ਹੋ ਰਹੀ ਸੀ। ਉਸਨੇ ਕੀ ਕੀਤਾ, ਉਸਨੇ ਛੱਪੜ ਦੀ ਚੀਕਣੀ ਕਾਲੀ ਮਿੱਟੀ ਨੂੰ ਆਪਣੇ ਹੱਥਾਂ ਤੇ ਮਲ ਲਿਆ ਤੇ ਪਾਣੀ ਦੇ ਵਿੱਚ ਆਪਣੇ ਹੱਥਾਂ ਨਾਲ ਕਈ ਪਰਛਾਵੇਂ ਬਣਾਏ। ਉਸਦੇ ਹੱਥ ਨ੍ਰਿਤ ਕਰ ਰਹੇ ਸੀ, ਨ੍ਰਿਤ ਮਤਲਬ ਨਾਚ ਕਰ ਰਹੇ ਸੀ। ਉਸਨੇ ਬੁੱਕ ਭਰ ਕੇ ਪਾਣੀ ਪੰਬੂਲਾਂ ਤੇ ਸੁੱਟਿਆ। ਪੰਬੂਲ ਕੀ ਹੁੰਦੇ, ਜਿਹੜੇ ਛੱਪੜ ਦੇ ਵਿੱਚ ਕੰਢੇ ਵਾਲੇ ਉਗਾਉਂਦੇ ਨਾ ਪੌਦੇ, ਉਹਨਾਂ ਨੂੰ ਕਹਿੰਦੇ ਆ। ਤੇ ਫਿਰ ਮਿੱਠੀ ਆਵਾਜ਼ 'ਚ ਗੀਤ ਗਾਇਆ। ਟੋਬੇ ਕੰਢੇ ਖੜੇ ਬਰੋਟਾ ਕੀ ਹੁੰਦਾ, ਛੋਟਾ ਜਿਹਾ ਰੁੱਖ, ਅੱਖਾਂ ਹੀ ਅੱਖਾਂ ਵਿੱਚ ਗੱਲ ਕੀਤੀ ਤੇ ਚਿੜੀ ਬਣੇ ਰੱਬ ਨੂੰ ਵੀ ਸੀਟੀ ਮਾਰੀ। ਇਸ ਤਰ੍ਹਾਂ ਉਸਨੇ ਕੁਦਰਤ ਦਾ ਜਿਹੜਾ ਸੀ ਉਹ ਭਰਪੂਰ ਆਨੰਦ ਲਿਆ। ਸੋ ਜਿਹੜਾ ਬੰਦਾ ਟੋਬੇ ਦੇ ਕੰਢੇ ਬੈਠਾ ਸੀਗਾ ਨਾ, ਉਹ ਕੌਣ ਸੀ, ਜਿਹੜਾ ਕਿ ਰੁੱਤਾਂ ਦੇ ਮਹੱਤਵ ਨੂੰ ਸਮਝਦਾ ਸੀ ਔਰ ਖੁੱਲ੍ਹ ਕੇ ਉਹਨੂੰ ਮਹਿਸੂਸ ਕਰ ਰਿਹਾ ਸੀ। ਉਹਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਮੀਂਹ ਪੈਂਦਾ ਆ, ਮਿੱਟੀ ਨਾਲ ਉਹਦੇ ਹੱਥ ਗੰਦੇ ਹੋ ਰਹੇ, ਬਲਕਿ ਉਹ ਤਾਂ ਜਿਹੜਾ ਆ ਛੱਪੜ ਕੰਢੇ ਬੈਠ ਕੇ ਅਲੱਗ-ਅਲੱਗ ਆਕ੍ਰਿਤੀਆਂ ਬਣਾ ਰਿਹਾ ਸੀਗਾ ਔਰ ਆਪਣੇ ਹੱਥਾਂ ਨੂੰ ਪਾਣੀ ਦੇ ਵਿੱਚ ਨਾਚ ਕਰਾ ਰਿਹਾ ਸੀ। ਉਹਨੂੰ ਇਹ ਸਾਰਾ ਜਿਹੜਾ ਦ੍ਰਿਸ਼ ਹੈ ਨਾ ਉਹ ਕੋਈ ਕਰਾਮਾਤ ਲੱਗ ਰਿਹਾ ਸੀ, ਰੁੱਖ ਦੇ ਨਾਲ ਗੱਲਾਂ ਕਰ ਰਿਹਾ ਸੀ। ਇਸ ਤਰ੍ਹਾਂ ਜਿਹੜਾ ਹੈ ਉਹ ਇਕੱਲਾ ਹੀ ਰੁੱਤ ਨੂੰ ਪੂਰੀ ਤਰ੍ਹਾਂ ਮਾਣ ਰਿਹਾ ਸੀ। ਰੁੱਤਾਂ ਦੀ ਸਾਰਥਕਤਾ ਕਿੰਨਾ ਲਈ ਹੈ, ਰੁੱਤਾਂ ਧਰਤੀ ਤੇ ਕਿੰਨਾ ਲਈ ਆਉਂਦੀਆਂ ਰਹਿਣਗੀਆਂ। ਜਦੋਂ ਚਿੜੀ ਬਣੇ ਰੱਬ ਨੇ ਦੇਖਿਆ ਕਿ ਇਕੱਲਾ ਹੀ ਆਦਮੀ ਮੀਂਹ ਦਾ ਆਨੰਦ ਲੈਂਦਾ ਹੋਇਆ ਇਸ ਦੁਨੀਆ ਦੀ ਦੌੜ ਭੱਜ ਤੋਂ ਦੂਰ ਕੁਦਰਤ ਦਾ ਭਰਪੂਰ ਲੁਤਫ ਲੈ ਰਿਹਾ ਹੈ। ਲੁਤਫ ਦਾ ਮਤਲਬ ਕੀ ਹੁੰਦਾ ਆ, ਨਜ਼ਾਰਾ, ਮਜ਼ਾ ਕਰ ਰਿਹਾ ਹੈ। ਤਾਂ ਰੱਬ ਨੇ ਮਹਿਸੂਸ ਕੀਤਾ ਕਿ ਬੇਸ਼ੱਕ ਸਾਰਿਆਂ ਵਾਸਤੇ ਨਾ ਸਹੀ, ਪਰ ਅਜਿਹੇ ਲੋਕ ਜੋ ਰੁੱਤਾਂ ਦੇ ਮਹੱਤਵ ਨੂੰ ਸਮਝਦੇ ਆ, ਰੁੱਤਾਂ 'ਚ ਆਈ ਤਬਦੀਲੀ ਨੂੰ ਮਹਿਸੂਸ ਕਰਦੇ ਆ ਤੇ ਇਹਨਾਂ ਨੂੰ ਖੁੱਲ੍ਹ ਕੇ ਜਿਉਂਦੇ ਆ ਨਾ, ਉਹਨਾਂ ਦੇ ਲਈ ਰੁੱਤਾਂ ਆਉਂਦੀਆਂ ਰਹਿਣਗੀਆਂ, ਬੱਦਲ ਵਰਦੇ ਰਹਿਣਗੇ, ਫੁੱਲ ਖਿੜਦੇ ਰਹਿਣਗੇ, ਸੂਰਜ ਚੜ੍ਹਦੇ ਤੇ ਲੈਂਦੇ ਰਹਿਣਗੇ ਤੇ ਰੁੱਤ ਜਿਹੜੀ ਹੈ ਉਹ ਬਦਲਦੀ ਰਹੇਗੀ। ਸੋ ਇਹ ਕੁਐਸਚਨ ਤੁਹਾਨੂੰ ਦੋਨੋਂ ਤਰ੍ਹਾਂ ਆ ਸਕਦਾ ਹੈ ਕਿ ਰੁੱਤਾਂ ਦੀ ਸਾਰਥਕਤਾ ਕਿੰਨਾ ਲਈ ਹੈ ਜਾਂ ਰੁੱਤਾਂ ਧਰਤੀ ਦੇ ਉੱਪਰ ਜਿਹੜੀਆਂ ਆ ਕਿੰਨਾ ਦੇ ਲਈ ਆਉਂਦੀਆਂ ਰਹਿਣਗੀਆਂ। ਸੋ ਜਿਹੜਾ ਮਨੁੱਖ ਇਸ ਤੁਹਾਨੂੰ ਕਹਾਣੀ ਦੇ ਵਿੱਚ ਦਰਸਾਇਆ ਗਿਆ ਹੈ ਨਾ, ਇਕੱਲਾ ਹੀ ਜਿਹੜਾ ਮੀਂਹ ਦਾ ਆਨੰਦ ਲੈ ਰਿਹਾ ਸੀ, ਉਹ ਦੁਨੀਆ ਦੀ ਦੌੜ ਭੱਜ ਤੋਂ ਦੂਰ ਕੁਦਰਤ ਦਾ ਜਿਹੜਾ ਹੈ ਲੁਤਫ ਮਤਲਬ ਮਜ਼ਾ ਉਠਾ ਰਿਹਾ ਸੀ, ਠੀਕ ਹੈ। ਉਹਨੂੰ ਮਤਲਬ ਇਸ ਚੀਜ਼ ਨਾਲ ਕੋਈ ਫਰਕ ਨਹੀਂ ਸੀ ਪੈ ਰਿਹਾ ਕਿ ਉਹਦੇ ਕੱਪੜੇ ਜਿਹੜੇ ਆ ਗਿੱਲੇ ਹੋ ਰਹੇ ਆ, ਕੀ ਹੋ ਰਿਹਾ। ਉਹ ਇਕੱਲਾ ਜਿਹੜਾ ਹੈ ਗੀਤ ਗਾਉਂਦਾ ਹੋਇਆ ਆਪਣੀ
ਕਹਿ ਲਓ ਪੂਰੀ ਮਨਮਰਜ਼ੀ ਦੇ ਨਾਲ ਕੁਦਰਤ ਦਾ ਆਨੰਦ ਲੈ ਰਿਹਾ ਸੀ। ਸੋ ਇਹੋ ਜਿਹੇ ਲੋਕਾਂ ਦੇ ਲਈ ਰੁੱਤਾਂ ਆਉਂਦੀਆਂ ਵੀ ਰਹਿਣਗੀਆਂ, ਬੱਦਲ ਵਰਦੇ ਵੀ ਰਹਿਣਗੇ, ਦਿਨ ਬਦਲਦੇ ਰਹਿਣਗੇ, ਸੂਰਜ ਚੜ੍ਹਦਾ ਰਹੇਗਾ, ਲਹਿੰਦਾ ਰਹੇਗਾ, ਤੇ ਰੁੱਤਾਂ ਵੀ ਇਹੋ ਜਿਹੇ ਲੋਕਾਂ ਦੇ ਲਈ ਬਦਲਦੀਆਂ ਰਹਿਣਗੀਆਂ। ਸੋ ਇਹਦੇ ਉਲਟ ਜੇ ਤੁਹਾਨੂੰ ਕੁਐਸਚਨ ਆ ਜਾਂਦਾ ਨਾ ਕਿ ਰੁੱਤਾਂ ਦੀ ਸਾਰਥਕਤਾ ਕਿੰਨਾਂ ਲਈ ਨਹੀਂ ਹੈ, ਜਾਂ ਰੁੱਤਾਂ ਦਾ ਮਹੱਤਵ ਕਿੰਨਾਂ ਲਈ ਨਹੀਂ ਹੈ, ਤਾਂ ਫਿਰ ਤੁਸੀਂ ਇਹ ਤੋਂ ਉਲਟ ਜਿਹੜਾ ਹੈ ਸ਼ਹਿਰੀ ਲੋਕ ਲਿਖਦੇ ਨੇ ਆ ਕਿ ਜਿਹੜੇ ਲੋਕ ਰੁੱਤਾਂ ਦੇ ਮਹੱਤਵ ਨੂੰ ਨਹੀਂ ਸਮਝਦੇ, ਰੁੱਤਾਂ ਵਿੱਚ ਆਈ ਤਬਦੀਲੀ ਨੂੰ ਮਹਿਸੂਸ ਨਹੀਂ ਕਰਦੇ, ਜਾਂ ਇਹ ਕਹਿ ਲਓ ਕਿ ਜਿਨ੍ਹਾਂ ਨੂੰ ਰੁੱਤਾਂ ਵਿੱਚ ਆਈ ਤਬਦੀਲੀ ਨਾਲ ਕੋਈ ਫਰਕ ਜਿਹੜਾ ਹੈ ਨਾ ਨਹੀਂ ਪੈਂਦਾ, ਇਹੋ ਜਿਹੇ ਲੋਕਾਂ ਦੇ ਲਈ ਜਿਹੜੀ ਹੈ ਰੁੱਤਾਂ ਦੀ ਕੋਈ ਵੀ ਸਾਰਥਕਤਾ ਨਹੀਂ ਹੈ। ਸੋ ਇੱਦਾਂ ਜਿਹੜਾ ਹੈ ਉਹਦੇ 'ਚ ਤੁਸੀਂ ਸਾਰਾ ਉਲਟਾ ਕੇ ਕਹਿ ਲਓ ਸ਼ਹਿਰੀ ਮਾਹੌਲ ਜਿਹੜਾ ਹੈ ਉਹ ਕਰ ਦੇਣਾ। ਇਸ ਤਰ੍ਹਾਂ ਇਸ ਤੋਂ ਇਲਾਵਾ ਰਾਜੇ ਜੇ ਤੁਸੀਂ ਕਹਿ ਲਓ ਕਿ ਜਿਹੜੇ ਕੁਐਸਚਨ ਤੁਹਾਨੂੰ ਮੈਂ ਸਮਝਾਏ ਆ ਉਹ ਤੋਂ ਇਲਾਵਾ ਤੁਸੀਂ ਇਹਦੇ 'ਚ ਕੁਐਸਚਨ ਕਰ ਸਕਦੇ ਹੋ ਕਿ ਰੱਬ ਦੇ ਜ਼ਿਹਨ ਵਿੱਚ ਕਿਸ ਦੀ ਸਿਰਜਣਾ ਦਾ ਵਿਚਾਰ ਖੌਰੂ ਪਾ ਰਿਹਾ ਸੀ। ਇਹ ਜਿਹੜਾ ਆਨਸਰ ਹੈ ਤੁਹਾਨੂੰ ਜਿਹੜਾ ਮੈਂ ਫਸਟ ਆਨਸਰ ਸਮਝਾਇਆ ਹੈ ਨਾ ਉਹ 'ਚੋਂ ਲੱਭ ਜਾਣਾ ਹੈ ਕਿ ਰੱਬ ਦੀ ਜਿਹੜੀ ਹੈ ਉਹ ਸ੍ਰਿਸ਼ਟੀ ਦੀ ਸਿਰਜਣਾ ਦਾ ਵਿਚਾਰ ਖੌਰੂ ਪਾ ਰਿਹਾ ਸੀ। ਖੌਰੂ ਮਤਲਬ ਰੌਲਾ ਪਾ ਰਿਹਾ ਸੀ। ਰੱਬ ਕਿਸ ਚੀਜ਼ ਦੀ ਸਿਰਜਣਾ ਕਰਨਾ ਚਾਹੁੰਦਾ ਸੀ? ਸ੍ਰਿਸ਼ਟੀ ਦੀ ਸਿਰਜਣਾ। ਔਰ ਇਹਦੇ ਲਈ ਉਹ ਆਪਣਾ ਧਿਆਨ ਜਿਹੜਾ ਹੈ ਇੱਕ ਪਾਸੇ ਲਗਾਉਣਾ ਚਾਹੁੰਦਾ ਸੀ, ਇਕਾਗਰਤਾ ਚਾਹੁੰਦਾ ਸੀ। ਇਸ ਕਰਕੇ ਉਹਨੇ ਰੁੱਤਾਂ ਨੂੰ ਧਰਤੀ ਤੇ ਭੇਜਿਆ ਸੀ। ਠੀਕ ਹੈ, ਮਨੁੱਖ ਨੇ ਰੁੱਤਾਂ ਤੋਂ ਬਚਾਅ ਕਰਨ ਲਈ ਕੀ ਕੀਤਾ? ਸਭ ਤੋਂ ਪਹਿਲਾਂ ਜਿਹੜਾ ਸੀ ਇਹਦਾ ਜਿੱਥੇ ਸਟੋਰੀ ਸ਼ੁਰੂ ਹੁੰਦੀ ਆ ਉੱਥੋਂ ਤੁਸੀਂ ਦੱਸ ਦੇਣਾ ਹੈ ਕਿ ਮਨੁੱਖ ਨੇ ਰੁੱਤਾਂ ਤੋਂ ਬਚਣ ਦੇ ਲਈ ਆਪਣਾ ਜਿਹੜਾ ਹੈ ਕਈ ਤਰੀਕੇ ਲੱਭ ਰਹੇ ਆ। ਠੀਕ ਹੈ, ਜਿੱਦਾਂ ਪਹਿਲਾਂ ਹੜ੍ਹ ਆਉਂਦੇ ਸੀ, ਪਿੰਡਾਂ ਦੇ ਪਿੰਡ ਰੁੜ ਜਾਂਦੇ ਸੀ, ਪਰ ਹੁਣ ਕੀ ਕਰ ਦਿੱਤਾ ਆ, ਦਰਿਆਵਾਂ ਨੂੰ ਬੰਨ੍ਹ ਮਾਰ ਲਏ ਆ। ਇਸ ਕਰਕੇ ਜਿਹੜਾ ਹੈ ਹੁਣ ਪਾਣੀ ਨੂੰ ਮਨਮਰਜ਼ੀ ਦੇ ਪਾਸੇ ਭੇਜਿਆ ਜਾ ਰਿਹਾ। ਅੱਗੇ ਗਰਮੀ ਬਹੁਤ ਪੈਂਦੀ ਸੀ, ਮਨੁੱਖ ਦਾ ਸਾਹ ਲੈਣਾ ਔਖਾ ਹੋ ਜਾਂਦਾ ਸੀ, ਪਰ ਅੱਜ ਜਿਹੜੇ ਆ ਬਿਜਲੀ ਦੇ ਪੱਖੇ ਚੱਲਦੇ ਰਹਿੰਦੇ ਆ। ਠੀਕ ਹੈ, ਅੱਗੇ ਜਿਹੜਾ ਹੈ ਮੀਂਹ ਨਹੀਂ ਸੀ ਪੈਂਦਾ, ਬਨਸਪਤੀ ਸੁੱਕ ਸੜ ਜਾਂਦੀ ਸੀ, ਪਾਣੀ ਤੋਂ ਜਿਹੜਾ ਆ ਔਖਾ ਹੋ ਜਾਂਦਾ ਸੀ, ਪਰ ਅੱਜ ਕੱਲ੍ਹ ਜਿਹੜੇ ਹੈ ਉਹ ਟਿਊਬਵੈੱਲ ਲੱਗ ਗਏ ਆ। ਇਸ ਕਰਕੇ ਜਿਹੜਾ ਹੈ ਮਨੁੱਖ ਨੇ ਇਹਨਾਂ ਤੋਂ ਬਚਣ ਦਾ ਢੰਗ ਲੱਭ ਲਿਆ। ਇੱਦਾਂ ਇਹਨੂੰ ਜਿਹੜਾ ਹੈ ਤੁਸੀਂ ਇਲੈਬੋਰੇਟ ਕਰੋਗੇ। ਸੋ ਇੱਦਾਂ ਜਿਹੜੇ ਆ ਹੋਰ ਨਿੱਕੇ ਨਿੱਕੇ ਕੁਐਸਚਨ ਜਿਹੜੇ ਆ ਸਟੋਰੀ 'ਚ ਤੁਸੀਂ ਤਿਆਰ ਕਰਨੇ ਆ, ਜਿਹੜੇ ਕਿ ਤੁਸੀਂ ਜਿਹੜੇ ਤੁਹਾਨੂੰ ਮੈਂ ਕੁਐਸਚਨ ਸਮਝਾਏ ਆ ਉਹਨਾਂ ਦੇ ਨਾਲ ਰਿਲੇਟਡ ਹੀ ਆ ਜਾਣੇ ਆ। ਠੀਕ ਹੈ, ਸੋ ਇੱਦਾਂ ਤੁਸੀਂ ਜਿਹੜੀ ਹੈ ਕਹਾਣੀ ਨੂੰ ਤਿਆਰ ਕਰੋਗੇ। ਠੀਕ ਹੈ, ਓਕੇ।